ਇਸ ਹੱਜ ਦੇ ਦੌਰਾਨ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵੇਖਣ ਨੂੰ ਮਿਲੀਆਂ ਲੋਕਾਂ ਨੂੰ ਕਿ ਜਿਹਦੇ ਨਾਲ ਉਹਨਾਂ ਨੂੰ ਹੈਰਤ ਹੋਈ ਕਿ ਹੱਜ ਵਰਗੇ ਫਰੀਜ਼ੇ ਦੇ ਦੌਰਾਨ ਵੀ ਲੋਕ ਇੰਜ ਦੇ ਕੰਮ ਕਰਦੇ ਨੇ। ਮੇਰੀ ਮੁਰਾਦ ਇਹ ਵੇ ਕਿ ਉੱਥੇ ਜਾਦੂਗਰ ਅਤੇ ਆਮਲ ਜਿਹੜੇ ਸਨ ਉਹ ਵੀ ਹਾਜੀਆਂ ਦੇ ਭੇਸ ਦੇ ਵਿੱਚ ਗਏ। ਸ਼ਾਇਦ ਪਹਿਲੇ ਵੀ ਜਾਂਦੇ ਹੋਣ, ਲੇਕਿਨ ਇਸ ਦਫਾ ਉਹ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜੀਆਂ ਸਫਾਈ ਕਰਨ ਵਾਲੇ ਬੰਦਿਆਂ ਨੂੰ ਉੱਥੋਂ ਚੀਜ਼ਾਂ ਲੱਭੀਆਂ ਉਹਨਾਂ ਦੀਆਂ। ਮਸਲ ਉੱਥੇ ਸਿਰ ਦੇ ਵਾਲ ਮਿਲੇ ਨੇ, ਉੱਥੇ ਕੱਪੜੇ ਦੇ ਟੁਕੜੇ ਮਿਲੇ ਨੇ, ਉੱਥੇ ਮਿੱਟੀ ਦੇ ਬਾਵੇ ਬਣੇ ਪੁਤਲੇ ਉਹ ਮਿਲੇ ਨੇ, ਨਾਖੂਨ ਮਿਲੇ ਨੇ ਔਰ ਇਸ ਤਰ੍ਹਾਂ ਦੀਆਂ ਸ਼ੈਵਾਂ ਨੇ ਕਿ ਜਿਹਦੇ ਨਾਲ ਮਾਹਿਰੀਨ ਜਿਹੜੇ ਨੇ ਜਾਦੂ ਟੂਣੇ ਨੂੰ ਜਾਣਨ ਵਾਲੇ ਉਹਨਾਂ ਦਾ ਖਿਆਲ ਹੈ ਕਿ ਇਹ ਜਾਦੂ ਕੀਤਾ ਗਿਆ ਇਸ ਦੌਰਾਨ। ਮੈਂ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਹੱਜ ਦੇ ਦੌਰਾਨ ਇਹਦੀ ਨੌਬਤ ਕਿਉਂ ਆਉਂਦੀ ਹੈ ਔਰ ਕਿਉਂ ਹੋਇਆ ਇੰਜ। ਅਤੇ ਤਹਿਕੀਕ ਇਹ ਦੱਸਦੀ ਹੈ ਕਿ ਪੁਰਾਣੇ ਵੇਲਿਆਂ ਦੇ ਵਿੱਚ ਜਦੋਂ ਇਸਲਾਮ ਤੋਂ ਪਹਿਲੇ ਦੀ ਗੱਲ ਹੈ, ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਤਸ਼ਰੀਫ ਆਵਰੀ ਤੋਂ ਪਹਿਲੇ ਜਿਹੜੇ ਅਰਬ ਸਨ ਉਹਨਾਂ ਦੇ ਕਾਹਨ ਅਤੇ ਜਿਹੜੀਆਂ ਜਾਦੂਗਰ ਸਨ ਜਿਹੜੇ ਉਹ ਹੱਜ ਦੇ ਦੌਰਾਨ ਕਈ ਤਰ੍ਹਾਂ ਦੇ ਚਿੱਲੇ ਟੋਟਕੇ ਟੂਣੇ ਕਰਦੇ ਹੁੰਦੇ ਸਨ। ਇਹ ਰਵਾਇਤ ਉਦੋਂ ਦੀ ਹੈ ਔਰ ਉਹ ਕਰਦੇ ਕੀ ਸਨ, ਉਹਨਾਂ ਦਾ ਮਕਸਦ ਹੁੰਦਾ ਸੀ ਬਹੁਤ ਵੱਡੇ ਸ਼ੈਤਾਨ ਔਰ ਜਿਹੜੇ ਕੁਵਤਾਂ ਹੈਗੀਆਂ ਨੇ ਜੀ ਸ਼ੈਤਾਨੀ ਉਹਨਾਂ ਨੂੰ ਕਾਬੂ ਕਰਨ ਵਾਸਤੇ। ਜਾਦੂਗਰਾਂ ਦਾ ਇਹ ਖਿਆਲ ਹੈ ਕਿ ਹੱਜ ਦੇ ਦੌਰਾਨ ਚੂँਕਿ ਬਹੁਤ ਵੱਡੀ ਤਾਦਾਦ 'ਚ ਲੱਖਾਂ ਲੋਕ ਹੱਜ ਕਰਨ ਵਾਸਤੇ ਆਉਂਦੇ ਨੇ ਔਰ ਰੂਹਾਨੀ ਕੁਵਤਾਂ ਜਿਹੜੀਆਂ ਨੇ ਉਹ ਵੀ ਉਸ ਵਕਤ ਬਹੁਤ ਐਕਟਿਵ ਹੁੰਦੀਆਂ ਨੇ, ਅਤੇ ਇਸ ਦੌਰਾਨ ਉਹ ਜਿਹੜਾ ਟੂਣਾ ਕਰਨਗੇ, ਜਿਹੜਾ ਚਿੱਲਾ ਕਰਨਗੇ ਜਾਂ ਜੋ ਅਮਲ ਕਰਨਗੇ ਉਹ ਜ਼ਿਆਦਾ ਤਾਕਤਵਰ ਹੋਵੇਗਾ ਔਰ ਇਹਦੇ ਨਾਲ ਉਹ ਜਿਹੜੇ ਵੱਡੇ ਵੱਡੇ ਸ਼ੈਤਾਨ ਨੇ ਬਹੁਤ ਤਾਕਤ ਰੱਖਣ ਵਾਲੇ ਉਹ ਉਹਨਾਂ ਦੇ ਕਾਬੂ ਆਉਣਗੇ ਅਤੇ ਫਿਰ ਉਹਨਾਂ ਸ਼ੈਤਾਨਾਂ ਨੂੰ, ਉਹਨਾਂ ਮੰਨਫੀ ਤਾਕਤਾਂ ਨੂੰ ਉਹ ਆਪਣੇ ਮਕਸਦ ਵਾਸਤੇ ਇਸਤੇਮਾਲ ਕਰਦੇ ਨੇ। ਉਹ ਇਸਤੇਮਾਲ ਕਰਦੇ ਨੇ ਲੋਕਾਂ ਦੇ ਵਿੱਚ ਫਸਾਦ ਪੈਦਾ ਕਰਨ ਵਾਸਤੇ, ਲੜਾਈਆਂ ਪੈਦਾ ਕਰਨ ਵਾਸਤੇ, ਕਿਸੇ ਦਾ ਦਿਲ ਬਦਲਣ ਵਾਸਤੇ, ਕਿਸੇ ਨੂੰ ਗੁੰਮਰਾਹ ਕਰਨ ਵਾਸਤੇ, ਕਿਸੇ ਦੀ ਸਿਹਤ ਨਾਲ ਖੇਡਣ ਵਾਸਤੇ, ਬਿਮਾਰੀਆਂ ਵਾਸਤੇ, ਕਿਸੇ ਦੇ ਦਿਲ 'ਚ ਵਹਿਮ ਪਾਉਣ ਵਾਸਤੇ, ਇਹਨਾਂ ਚੀਜ਼ਾਂ ਵਾਸਤੇ ਉਹ ਇਸਤੇਮਾਲ ਕਰਦੇ ਨੇ ਇਹਨਾਂ ਤਾਕਤਾਂ ਨੂੰ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਉਂ ਹੋਈਆਂ ਔਰ ਹੁਣ ਤੱਕ ਖ਼ਤਮ ਕਿਉਂ ਨਹੀਂ ਹੋ ਸਕੀਆਂ, ਇਹਦੀ ਤਾਂ ਗੱਲ ਲੱਭਦੇ ਰਹਾਂਗੇ। ਲੇਕਿਨ ਇਹ ਜਿਹੜੀ ਗੱਲ ਹੈ ਵੀ ਕਿ ਤਾਰੀਖੀ ਤੌਰ 'ਤੇ ਮੈਂ ਤੁਹਾਨੂੰ ਦੱਸਿਆ ਕਿ ਅਰਬਾਂ ਦੇ ਵਿੱਚ ਇਹ ਰਵਾਇਤ ਸੀ ਅਤੇ ਔਰ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਇਸਤੇਮਾਲ ਹੁੰਦੀਆਂ ਰਹੀਆਂ, ਕਿਸ ਤਰ੍ਹਾਂ ਹੋਈਆਂ, ਇਹ ਜਦੋਂ ਸਫਾਈ ਕਰਨ ਵਾਲਿਆਂ ਨੇ ਵੇਖਿਆ ਉਹਨਾਂ ਨੇ ਜ਼ਾਹਿਰ ਇਤਲਾਹ ਦਿੱਤੀ ਆਪਣੇ ਸੀਨੀਅਰ ਲੋਕਾਂ ਨੂੰ ਔਰ ਫਿਰ ਉੱਥੋਂ ਇਹ ਤਸਵੀਰਾਂ ਵੀ ਉਹਨਾਂ ਦੀਆਂ ਆਈਆਂ। ਅਤੇ ਜਾਦੂ ਦੀ ਮੈਂ ਸਮਝਿਆ ਕਿ 3-4 ਕਿਸਮਾਂ ਹੁੰਦੀਆਂ ਨੇ ਆਮ ਤੌਰ 'ਤੇ। ਜਦੋਂ ਮੈਂ ਆਮਲਾਂ ਦੇ ਨਾਲ ਗੱਲ ਕੀਤੀ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਉਹਨਾਂ ਕਿ ਇੱਕ ਤਾਂ ਜਾਦੂ ਹੁੰਦਾ ਜ਼ਮੀਨੀ, ਉਹਨਾਂ ਵਿੱਚ ਜਿਹੜੇ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਜ਼ਮੀਨ 'ਚ ਦੱਬ ਦਿੱਤਾ ਜਾਂਦਾ ਹੈ। ਇੱਕ ਹੁੰਦਾ ਵੀ ਜਾਦੂ ਜਿਹੜਾ ਫਜ਼ਾਈ ਹੁੰਦਾ, ਉਹ ਹਵਾ ਦੇ ਵਿੱਚ ਕੁਝ ਚੀਜ਼ਾਂ ਛੱਡੀਆਂ ਜਾਂਦੀਆਂ। ਅਤੇ ਇੱਕ ਹੁੰਦਾ ਉਹਨਾਂ ਨੇ ਕਿਹਾ ਕਿ ਪਾਣੀ ਦਾ, ਕਿ ਮੱਛੀ ਨੂੰ ਫੜ ਲੈਂਦੇ ਨੇ, ਉਹਦਾ ਪੇਟ ਚਾਕ ਕਰਕੇ ਅਤੇ ਵਿੱਚ ਉਹ ਜਾਦੂ ਦੇ ਅਮਲ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਭਰ ਕੇ ਅਤੇ ਫਿਰ ਉਹਨੂੰ ਛੱਡ ਦਿੰਦੇ ਨੇ। ਅਤੇ ਇਸੇ ਤਰ੍ਹਾਂ ਹੀ ਖੁਰਾਕ ਦੇ ਜ਼ਰੀਏ ਵੀ ਹੁੰਦਾ ਕਿ ਕਿਸੇ ਨੂੰ ਕੋਈ ਮਿੱਠੀ ਚੀਜ਼ ਜਿਹੜੀ ਇਹ ਜਾਦੂ ਕੀਤੀ ਹੋਈ ਉਹ ਖਵਾ ਦਿੱਤੀ ਜਾਂਦੀ ਅਤੇ ਉਹਨੂੰ ਆਪਣਾ ਹਾਮੀ ਜਾਂ ਦੁਸ਼ਮਣ ਬਣਾ ਦਿਆ ਜਾਂਦਾ ਹੈ। ਇਹ ਵਾਲੀਆਂ ਚੀਜ਼ਾਂ ਵੀ ਇਸਤੇਮਾਲ ਹੁੰਦੀਆਂ ਅਤੇ ਇਹਦਾ ਇਲਾਜ ਅੱਲਾਹ ਤਾਲਾ ਨੇ ਦੇ ਦਿੱਤਾ। ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ 'ਤੇ ਜਦੋਂ ਜਾਦੂ ਹੋਇਆ ਅਤੇ ਵਹੀ ਉਤਰੀ ਔਰ ਉਹਨਾਂ ਨੂੰ ਅੱਲਾਹ ਤਾਲਾ ਨੇ ਦੱਸਿਆ ਕਿ ਸੂਰਾ ਫਲਕ ਔਰ ਸੂਰਾ ਨਾਸ, ਇਹ ਕੁਰਾਨ ਕਰੀਮ ਦੀਆਂ 2 ਸੂਰਤਾਂ ਨੇ। ਉਹਨਾਂ ਕਿਹਾ ਕਿ ਇਹ ਸੂਰਤਾਂ ਜਿਹੜੀਆਂ ਇਹ ਪੜ੍ਹ ਕੇ ਤੁਸੀਂ ਅਤੇ ਇਹ ਦਮ ਕਰੋ ਅਤੇ ਇਹਦੇ ਨਾਲ ਜਿਹੜਾ ਜਾਦੂ ਦਾ ਅਸਰ ਜ਼ਾਇਲ ਹੋ ਜਾਏਗਾ। ਇਹਦਾ ਇੱਥੋਂ ਮਤਲਬ ਇਹ ਹੋਇਆ ਕਿ ਜਾਦੂ ਇੱਕ ਚੀਜ਼ ਐਸੀ ਹੈਗੀ ਕਿ ਆਪਣਾ ਅਸਰ ਵਿਖਾਉਂਦੀ ਜ਼ਰੂਰ ਹੈ, ਲੇਕਿਨ ਇਹ ਮੰਨਫੀ ਕੂਵਤ ਹੈ ਔਰ ਇਹਦਾ ਰੂਹਾਨੀਅਤ ਦੇ ਨਾਲ ਕੋਈ ਤਲਕ ਨਹੀਂ ਹੈਗਾ ਔਰ ਇਹਦਾ ਇਲਾਜ ਵੀ ਜਿਹੜਾ ਹੈ ਉਹ ਆ ਗਿਆ। ਲੇਕਿਨ ਫਿਰ ਅਸੀਂ ਗੱਲ ਇਹ ਕਰਾਂਗੇ ਕਿ ਹੱਜ ਦੇ ਦੌਰਾਨ ਜਨਾਬ ਜਿਹੜਾ ਜਾਦੂ ਟੂਣਾ ਹੈ ਇਹ ਲੋਕ ਕਿਵੇਂ ਜਾਂਦੇ ਨੇ। ਜਿਹੜੀ ਚੈਕਿੰਗ ਹੁੰਦੀ ਉਹ ਬਹੁਤ ਹੁੰਦੀ ਹੈ, ਸਖਤ ਹੁੰਦੀ ਹੈ, ਉੱਥੇ ਮੋਨੀਟਰਿੰਗ ਵੀ ਹੁੰਦੀ ਹੈ ਅਤੇ ਜ਼ਾਹਿਰ ਹੈ ਫਿਰ ਇਹ ਲੋਕ ਹਾਜੀਆਂ ਦੇ ਭੇਸ ਦੇ ਵਿੱਚ ਜਾਂਦੇ ਨੇ, ਹਾਜੀ ਬਣ ਕੇ ਜਾਂਦੇ ਨੇ ਔਰ ਫਿਰ ਉੱਥੇ ਉਹਨਾਂ ਥਾਵਾਂ ਨੂੰ ਲੱਭਦੇ ਨੇ ਕਿ ਜਿੱਥੇ ਅਲੱਗ ਥਲੱਗ ਹੋ ਕੇ ਉਹ ਇਹ ਚਿੱਲੇ ਕੱਟ ਸਕਣ ਔਰ ਉਹਨਾਂ ਦੇ ਨਾਲ ਸਹੂਲਤਕਾਰੀ ਵੀ ਹੁੰਦੀ ਹੋਵੇਗੀ। ਅਤੇ ਇਹਦੇ ਨਾਲ ਸਾਨੂੰ ਇਹ ਲੱਗਾ ਕਿ ਅੱਜ ਵੀ ਉਹ ਲੋਕ ਮੌਜੂਦ ਨੇ ਜਿਹੜੇ ਖੈਰ ਦੀ ਕੁਵਤਾਂ ਦੇ ਮੁਕਾਬਲੇ 'ਚ ਖੜ੍ਹੇ ਨੇ। ਇਹ ਕਹਿੰਦੇ ਨੇ ਨਾ ਸਿਆਣੇ ਕਿ ਹਰ ਵੇਲੇ
ਖੈਰ ਅਤੇ ਬਦੀ ਦੀਆਂ ਕੂਵਤਾਂ ਦੇ ਦਰਮਿਆਨ ਇੱਕ ਜੰਗ ਜਿਹੜੀ ਇੱਕ ਕਸ਼ਮਕਸ਼ ਉਹ ਲੱਗੀ ਰਹਿੰਦੀ। ਮਜ਼ਹਬ ਕੋਈ ਵੀ ਹੋਵੇ, ਇਲਾਕਾ ਕੋਈ ਵੀ ਹੋਵੇ, ਜ਼ੁਬਾਨ ਕੋਈ ਵੀ ਹੋਵੇ, ਇਹ ਮੁਖਤਲਿਫ ਤਰ੍ਹਾਂ ਹੁੰਦੀਆਂ। ਤੁਸੀਂ ਕਿਸੇ ਵੀ ਮਜ਼ਹਬ ਦੇ ਨਾਲ ਤਲਕ ਰੱਖੋ, ਉੱਥੇ ਵੀ ਖੈਰ ਅਤੇ ਸ਼ਰ ਦੀਆਂ ਕੂਵਤਾਂ ਜਿਹੜੀਆਂ ਨੇ ਹੁੰਦੀਆਂ। ਅਤੇ ਅਸੀਂ ਚੂੰਕਿ ਰੈਫਰੈਂਸ ਹੱਜ ਦੇ ਦੌਰਾਨ ਦਾ ਦੇ ਰਹੇ ਹਾਂ, ਅਤੇ ਜ਼ਾਹਰ ਇੱਥੇ ਅਸੀਂ ਗੱਲ ਕਰਾਂਗੇ ਮੁਸਲਮਾਨਾਂ ਦੇ ਅਕਾਇਦ ਦੇ ਹਵਾਲੇ ਨਾਲ ਔਰ ਜਗ੍ਹਾ ਦੇ ਹਵਾਲੇ ਨਾਲ। ਹੱਜ ਕਰਨ ਦੇ ਦੌਰਾਨ ਜਿਹੜੀਆਂ ਜਿਹੜੀਆਂ ਜਗ੍ਹਾ 'ਤੇ ਹਾਜੀ ਜਾਂਦੇ ਨੇ ਉਹ ਸਾਰੀਆਂ ਬਹੁਤ ਮੁਕੱਦਸ ਜਗ੍ਹਾ ਹੁੰਦੀਆਂ ਨੇ, ਉਹਨਾਂ ਦਾ ਇੱਕ ehਤਰਾਮ ਹੈਗਾ ਵੇ। ਔਰ ਹਰ ਮੁਸਲਮਾਨ ਦਾ ਇਹ ਅਕੀਦਾ ਹੈ ਕਿ ਉਹਨਾਂ ਦੇ ehਤਰਾਮ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਉਹ ਕੋਈ ਕੰਮ ਐਸਾ ਨਹੀਂ ਕਰਦਾ ਮੁਸਲਮਾਨ ਕਿ ਜਿਹਦੇ ਨਾਲ ਉਹ ਜਗ੍ਹਾ ਦੀ ਬੇਹੁਰਮਤੀ ਹੋਵੇ। ਅਤੇ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ, ਜਿਹੜੇ ਜਾਦੂ ਟੂਣਾ ਕਰਨ ਵਾਲੇ ਨੇ, ਜਿਹੜੇ ਉੱਥੇ ਜਾ ਕੇ ਅਮਲੀਆਤ ਕਰਦੇ ਨੇ, ਹੋ ਸਕਦਾ ਹੈ ਕਿ ਉਹਨਾਂ ਨੂੰ ਆਪਣਾ ਉਹ ਵਾਲਾ ਮਕਸਦ ਜਿਹੜਾ ਹੈ ਉਹ ਤਾਂ ਹਾਸਲ ਹੋ ਜਾਵੇ ਕਿਸੇ ਹੱਦ ਤੱਕ, ਪਰ ਜਿਹੜਾ ਉਹ ਇਸ ਬੇਹੁਰਮਤੀ ਦੇ ਮੁਰਤਕਿਬ ਹੁੰਦੇ ਨੇ ਔਰ ਜਿਹੜਾ ਉਹ ਰੂਹਾਨੀਅਤ ਜਿਹੜੀ ਇਸਲਾਮ ਦੀ ਤਾਲੀਮ ਹੈਗੀ ਉਹਦੇ ਖਿਲਾਫ ਵਰਜ਼ੀ ਜਿਹੜੀ ਕਰਦੇ ਨੇ, ਉਹਦਾ ਤਾਂ ਉਹਨਾਂ ਦੇ ਉੱਤੇ ਗੁਨਾਹ ਰਵੇਗਾ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਇਹਦਾ ਭਰਨਾ ਵੀ ਪਵੇਗਾ, ਖਸਾਰਾ ਵੀ। ਅਤੇ ਇਹਦੇ ਨਾਲ ਇੱਕ ਇਹ ਵੀ ਪਤਾ ਲੱਗਦਾ ਹੈ ਕਿ ਕਦੀਮ ਜ਼ਮਾਨੇ ਤੋਂ ਜਿਵੇਂ ਖੈਰ ਔਰ ਨੇਕੀ ਦੀਆਂ ਕੂਵਤਾਂ ਜਿਹੜੀਆਂ ਨੇ ਉਹ ਆਪਣੀ ਤਬਲੀਗ ਕਰਦੀਆਂ ਨੇ, ਐਜੂਕੇਟ ਕਰਦੀਆਂ ਨੇ ਲੋਕਾਂ ਨੂੰ, ਉਹਨਾਂ ਦੀ ਅਖਲਾਕੀਆਤ ਜਿਹੜੇ ਐਥਿਕਸ ਜਿਹੜੇ ਨੇ ਉਹਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਦੀਆਂ ਨੇ, ਸਕਾਲਰ ਦੇ ਜ਼ਰੀਏ, ਇਲਮ ਫੈਲਾਉਣ ਦੇ ਜ਼ਰੀਏ, ਨੌਲੇਜ ਖੈਰ ਦਾ ਫੈਲਾਉਣ ਦੇ ਜ਼ਰੀਏ। ਇਸੇ ਤਰ੍ਹਾਂ ਹੀ ਜਿਹੜੀ ਬਦੀ ਦੀਆਂ ਕੂਵਤਾਂ ਨੇ ਉਹ ਪਸੇ ਪਰਦਾ ਰਹਿ ਕੇ, ਛੁਪ ਕੇ ਆਪਣੀ ਤਬਲੀਗ ਕਰਦੀਆਂ ਨੇ, ਆਪਣੇ ਖਿਆਲਾਤ ਔਰ ਆਪਣੇ ਜਿਹੜੀ ਮੈਥਡੋਲੋਜੀ ਹੈਗੀ ਹੈ ਉਹਨੂੰ ਅੱਗੇ ਟਰਾਂਸਫਰ ਕਰਦੇ ਨੇ। ਉਹਨਾਂ ਦਾ ਵੀ ਇੱਕ ਨੈਟਵਰਕ ਹੈਗਾ। ਉਹ ਨੈਟਵਰਕ ਜਿਵੇਂ ਜਿਵੇਂ ਅੱਗੇ ਚੱਲਦਾ ਵੇ ਉਹਦੇ ਨਾਲ ਕਈ ਭੇਦ ਖੁੱਲ੍ਹਦੇ ਨੇ ਔਰ ਉਹਦੇ ਵਿੱਚ ਵੀ ਕਈ ਕਿਸਮ ਦੀਆਂ ਦੁਨੀਆਵਾਂ ਹੋਣਗੀਆਂ, ਕਈ ਤਰ੍ਹਾਂ ਦੇ ਜਹਾਨ ਹੋਣਗੇ ਔਰ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਜਿਹੜਾ ਹੈ ਉਹਨਾਂ ਜਹਾਨਾਂ ਦਾ, ਉਹ ਜ਼ਾਹਿਰ ਹੈ ਸਾਡੇ ਵਿੱਚ ਹੀ ਰਹਿੰਦੇ ਨੇ ਲੋਕ, ਲੇਕਿਨ ਉਹਨਾਂ ਦੇ ਰਿਚੁਅਲਸ, ਉਹਨਾਂ ਦੀ ਥਿੰਕਿੰਗ, ਉਹਨਾਂ ਦਾ ਲੋਕਾਂ ਦੇ ਨਾਲ ਰਵੱਈਆ ਉਹ ਮੁਖਤਲਿਫ ਹੁੰਦਾ ਵੀ। ਉਹ ਲੋਕਾਂ ਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾ ਸਕਦੇ ਨੇ ਔਰ ਉਹ ਕਿਹੜੀ ਸ਼ੈਤਾਨੀ ਕੁਵਤਾਂ ਦੇ ਮਾਤਹਿਤ ਰਹਿ ਕੇ ਜ਼ਿੰਦਗੀ ਗੁਜ਼ਾਰਦੇ ਨੇ, ਉਹਨਾਂ ਆਪਣੀਆਂ ਰੂਹਾਂ ਕਿੰਨਾਂ ਨੂੰ ਉਹ ਗਿਰਵੀ ਰੱਖ ਦਿੰਦੇ ਨੇ ਸ਼ੈਤਾਨੀ ਕੁਵਤਾਂ ਦੇ, ਔਰ ਫਿਰ ਉਹ ਸ਼ੈਤਾਨੀ ਕੁਵਤਾਂ ਉਹਨਾਂ ਕੋਲੋਂ ਕੀ ਕੀ ਮਨਵਾਉਂਦੀਆਂ ਨੇ। ਸਾਡੇ ਸਮਾਜ ਦੇ ਵਿੱਚ ਜਿਹੜੇ ਫਸਾਦ ਨੇ ਇਨਸਾਨਾਂ ਦੇ ਦਰਮਿਆਨ, ਇਹਦੀ ਇਹ ਬਹੁਤ ਸਾਰੀ ਵਜੂਹਾਤ ਹੁੰਦੀਆਂ ਨੇ, ਲੇਕਿਨ ਇੱਕ ਵੱਡੀ ਵਜ੍ਹਾ ਇਹ ਵੀ ਹੁੰਦੀ ਹੈ ਕਿ ਜਿਹੜੀ ਸ਼ੈਤਾਨੀ ਕੂਵਤਾਂ ਸਾਡੇ ਦਿਲਾਂ ਦੇ ਵਿੱਚ ਇੱਕ ਦੂਸਰੇ ਦੇ ਖਿਲਾਫ ਵਸਵਸੇ ਪਾਉਂਦੀਆਂ ਨੇ। ਘਰ ਦੇ ਵਿੱਚ ਤੁਸੀਂ ਹੋਵੋ ਅਤੇ ਬਾਪ ਔਰ ਔਲਾਦ ਦੇ ਦਰਮਿਆਨ, ਮਾਂ ਔਰ ਔਲਾਦ ਦੇ ਦਰਮਿਆਨ, ਮੀਆਂ ਬੀਵੀ ਦੇ ਦਰਮਿਆਨ, ਭੈਣ ਭਰਾਵਾਂ ਦੇ ਦਰਮਿਆਨ, ਮੀਆਂ ਔਰ ਇਸੇ ਤਰ੍ਹਾਂ ਹੀ ਅੱਗੇ ਰਿਸ਼ਤੇਦਾਰਾਂ ਦੇ ਆਪਸ ਦੇ ਵਿੱਚ ਜਿਹੜੇ ਝਗੜੇ ਨੇ, ਫਸਾਦ ਨੇ, ਗੈਰ ਜ਼ਰੂਰੀ ਤੌਰ 'ਤੇ ਉਹਨਾਂ ਦੇ ਵਹਿਮ ਪਾ ਕੇ ਦਿਲਾਂ ਦੇ ਵਿੱਚ ਕਿ ਫਲਾਣੇ ਨੇ ਇਹਦੇ ਉੱਤੇ ਕੋਈ ਜਾਦੂ ਕਰਤਾ ਔਰ ਉਹਨੇ ਜਵਾਬ ਦੇ ਵਿੱਚ ਫਿਰ ਜਾਦੂ ਕਰਤਾ, ਔਰ ਇਸੇ ਤਰ੍ਹਾਂ ਹੀ ਦੁਸ਼ਮਣੀਆਂ ਅੱਗੇ ਵੱਧਦੀਆਂ ਨੇ। ਅਤੇ ਇਹ ਸਮਾਜ ਨੂੰ ਫਸਾਦ ਦਾ ਮਰਕਜ਼ ਬਣਾਉਣਾ ਜਿਹੜਾ ਹੈ, ਇਹ ਜਾਦੂ ਔਰ ਟੂਣੇ ਦਾ ਮਕਸਦ ਹੈ ਬੁਨਿਆਦੀ ਤੌਰ 'ਤੇ। ਅਤੇ ਖਾਨਾ ਕਾਬਾ ਔਰ ਜਬਲ ਰਹਿਮਤ ਔਰ ਇਹਨਾਂ ਇਲਾਕਿਆਂ ਦੇ ਵਿੱਚ ਇਰਦ ਗਿਰਦ ਰਹਿ ਕੇ ਜਿਹੜਾ ਬੰਦਾ ਇਹ ਹਰਕਤ ਕਰਦਾ ਹੈ, ਉਹ ਇਨਸਾਨੀਅਤ ਵਾਸਤੇ ਇੱਕ ਵੱਡੇ ਫਸਾਦ ਦੀ ਵਜ੍ਹਾ ਹੈਗਾ। ਅਤੇ ਇਹਦਾ ਜ਼ਾਹਿਰ ਹੈ ਉਹ ਪਤਾ ਤਾਂ ਲਾਉਣਾ ਚਾਹੀਦਾ ਹੈ। ਕੋਸ਼ਿਸ਼ ਵੀ ਕਰਨਗੇ, ਸਾਊਦੀ ਹੁਕਾਮ ਇਸ ਮਾਮਲੇ 'ਚ ਬਹੁਤ ਸਖਤ ਹੁੰਦੇ ਨੇ ਅਤੇ ਉਹ ਕੋਸ਼ਿਸ਼ ਵੀ ਕਰਨਗੇ ਕਿ ਪਤਾ ਲਗਾਇਆ ਜਾਵੇ। ਲੇਕਿਨ ਸਾਡਾ ਵੀ ਇਹ ਫਰੀਜ਼ਾ ਹੈਗਾ ਵੇ, ਜਿਹੜੇ ਲੋਕ ਹੱਜ 'ਤੇ ਜਾਂਦੇ ਨੇ ਔਰ ਜਿਹੜੇ ਉਹਨਾਂ ਇਬਾਦਤ ਉੱਥੇ ਜਾ ਕੇ ਇਬਾਦਤ ਕਰਦੇ ਨੇ, ਉਹਨਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਆਪਣੇ ਇਰਦ ਗਿਰਦ ਨਜ਼ਰ ਰੱਖਣ ਔਰ ਐਸੇ ਲੋਕ ਜਿਹੜੇ ਇਹਨਾਂ ਮਕਾਮਾਤ ਦੀ ਬੇਹਰਮਤੀ ਦੇ ਮੁਰਤਕਿਬ ਹੁੰਦੇ ਨੇ, ਜਿਹੜੇ ਪੀਸਫੁਲ ਔਰ ਇਨਸਾਨੀਅਤ ਦਾ ਇਹਤਰਾਮ ਕਰਨ ਵਾਲੇ ਔਰ ਰੂਹਾਨੀਅਤ 'ਤੇ ਯਕੀਨ ਰੱਖਣ ਵਾਲੇ ਲੋਕਾਂ ਨੂੰ ਬਦਨਾਮ ਕਰਨ ਦਾ ਬਾਇਸ ਬਣਦੇ ਨੇ, ਉਹਨਾਂ ਦੀ ਹੌਸਲਾ ਸ਼ਿਕਨੀ ਕਰਨ ਔਰ ਉਹਨਾਂ ਦੀ ਇਤਲਾਹ ਜਿਹੜੀ ਹੈ ਉਹ ਵੀ ਮੁਤਲਕਾ ਅਥਾਰਟੀਜ਼ ਨੂੰ ਦੇਣ। ਅਤੇ ਇਹ ਅੱਜ ਥੋੜ੍ਹਾ ਜਿਹਾ ਮੁਖਤਲਿਫ ਮੌਜੂ ਸੀ। ਜਿਉਂਦੇ ਰਹੋ, ਵਸਦੇ ਰਹੋ।